ਧੰਨ ਵਾਹਿਗੁਰੂ ਸਾਹਿਬ ਜੀਓ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ, ਤੁਧ ਬਾਝ ਸਮਰੱਥ ਕੋਇ ਨਾਹੀ। ਕਿਰਪਾ ਕਰ ਬਨਵਾਰੀਆ, ਏਸ ਨੂੰ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ, ਕਹਿ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਆਪਾਂ ਪਿਛਲੇਰੇ ਦਿਨਾਂ ਤੋਂ ਸਮਝਣ ਦਾ ਯਤਨ ਕਰ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਛੇਵੀਂ ਪੌੜੀ ਦਾ ਪਾਠ ਬੜੇ ਅਦਬ ਪਿਆਰ ਸਹਿਤ ਆਪਾਂ ਹੁਣੇ ਸਰਵਣ ਕੀਤਾ ਹੈ। ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਕੀ ਉਪਦੇਸ਼ ਸਾਨੂੰ ਦ੍ਰਿੜ ਕਰਾ ਰਹੇ ਨੇ। ਆਪਾਂ ਸਾਰਿਆਂ ਨੇ ਬੜੇ ਪਿਆਰ ਸਹਿਤ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ। ਆਓ ਵਿਚਾਰਾਂ ਨੂੰ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਵਾਰੀ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ। ਸਤਿਗੁਰੂ ਜੀ ਨੇ ਇਸ ਪੌੜੀ ਦੇ ਅੰਦਰ ਅਸਲ ਦੇ ਵਿੱਚ ਇਨਸਾਨ ਦੇ ਸਰੀਰ ਦੀ ਅਸਲੀਅਤ ਨੂੰ ਬਿਆਨਿਆ ਹੈ। ਜਦੋਂ ਆਪਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੂੰ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਵਿੱਚੋਂ ਦੋ ਸਿਧਾਂਤ, ਦੋ ਨੁਕਤੇ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ। ਪਹਿਲਾ ਨੁਕਤਾ ਇਹ ਹੈ ਜਿਹੜਾ ਸਤਿਗੁਰੂ ਜੀ ਸਾਨੂੰ ਦ੍ਰਿੜ ਕਰਾਉਂਦੇ ਨੇ ਕਿ ਇਹ ਸਰੀਰ ਜਿਹੜਾ ਹੈ ਇਹ ਨਾਸ਼ਵੰਤ ਹੈ। ਇਹ ਸਰੀਰ ਬਿਨਸਨਹਾਰ ਹੈ। ਆਪਾਂ ਮੁਬਾਰਕ ਬਾਣੀ ਦੇ ਬੇਅੰਤ ਸ਼ਬਦ ਪੜ੍ਹਦੇ ਹਾਂ,
ਜਿਨ੍ਹਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਬਾਰ-ਬਾਰ ਸਾਨੂੰ ਇਹ ਗੱਲ ਦ੍ਰਿੜ ਕਰਾਈ ਹੈ। ਮੈਂ ਬਚਨ ਆਪ ਜੀ ਦੇ ਨਾਲ ਸਾਂਝਾ ਕਰਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਉਪਦੇਸ਼ ਬਖਸ਼ਿਸ਼ ਕਰਦੀ ਹੈ, ਕਾਹੇ ਰੇ ਨਰ ਗਰਭ ਕਰਤ ਹੈ, ਬਿਨਸ ਜਾਏ ਝੂਠੀ ਦੇਹੀ। ਜਾਂ ਸਤਿਗੁਰੂ ਜੀ ਕਹਿੰਦੇ ਨੇ, ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤੱਕਾ ਦਿਵਈ ਹੈ ਰੇ। ਜਾਂ ਸਤਿਗੁਰੂ ਜੀ ਮੁਬਾਰਕ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਇਸ ਢੰਗ ਦੇ ਨਾਲ ਵੀ ਬਿਆਨ ਕੀਤਾ ਹੈ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਭਗਤ ਫਰੀਦ ਸਾਹਿਬ ਜੀ ਤਾਂ ਇਸ ਸਰੀਰ ਨੂੰ ਇੱਕ ਨਦੀ ਕਿਨਾਰੇ ਰੁਖੜਾ ਦੱਸਦੇ ਨੇ। ਫਰੀਦਾ ਨਦੀ ਕਿਨਾਰੇ ਰੁਖੜਾ ਕਿਚਰਕ ਬੰਨੇ ਧੀਰ। ਤੇ ਭਗਤ ਕਬੀਰ ਸਾਹਿਬ ਜੀ ਤਾਂ ਇਸ ਨੂੰ ਇੱਕ ਭਾਂਡਾ ਦੱਸਦੇ ਨੇ ਤੇ ਉਹ ਬਖਸ਼ਿਸ਼ ਕਰਦੇ ਨੇ, ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਸੋ ਬੇਨਤੀ ਕਰ ਰਿਹਾ ਸੀ ਵੀ ਇੱਕ ਪੱਖ, ਇੱਕ ਨੁਕਤਾ ਸਾਡੇ ਸਾਹਮਣੇ ਬਾਣੀ ਦੇ ਵਿੱਚੋਂ ਇਹ ਹੁੰਦਾ ਹੈ ਕਿ ਇਹ ਸਰੀਰ ਜਿਹੜਾ ਹੈ ਇਹ ਬਿਨਸਨਹਾਰ ਹੈ, ਨਾਸ਼ਵੰਤ ਹੈ, ਇਸ ਦੀ ਕੋਈ ਆਪਣੀ ਸਦੀਵੀ ਹੋਂਦ ਨਹੀਂ ਹੈ, ਆਪਣੀ ਪਾਇਆ ਨਹੀਂ ਹੈ। ਦੂਸਰਾ ਨੁਕਤਾ ਸਾਡੇ ਸਾਹਮਣੇ, ਦੂਸਰਾ ਪੱਖ ਬਾਣੀ ਦੇ ਵਿੱਚੋਂ ਇਹ ਆਉਂਦਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਸ ਸਰੀਰ ਦੇ ਅੰਦਰ ਸਭ ਕੁਝ ਹੀ ਹੈ, ਸਭ ਕੁਝ। ਬੜੀਆਂ ਅਮੋਲਕ ਵਸਤੂਆਂ, ਬੜੀਆਂ ਅਮੋਲਕ ਦਾਤਾਂ ਜਿਹੜੀਆਂ ਨੇ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਤੇ ਇਸੇ ਕਰਕੇ ਭਗਤ ਸਾਹਿਬਾਨ ਇਹ ਕਹਿੰਦੇ ਨੇ, ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ। ਵੀ ਮੇਰੇ ਵਾਸਤੇ ਸਭ ਕੁਝ, ਮੇਰੀ ਇਹ ਕਾਇਆ, ਮੇਰਾ ਸਰੀਰ ਹੀ ਹੈ। ਮੈਨੂੰ ਬਾਹਰੀ ਤੌਰ 'ਤੇ ਕਿਸੇ ਨਾ ਤਾਂ ਦੇਵੀ ਦੇਵਤੇ ਦੀ ਜ਼ਰੂਰਤ ਹੈ ਤੇ ਨਾ ਮੈਨੂੰ ਕਿਸੇ ਜੰਗਮ ਜਾਤੀ, ਕਿਸੇ ਯਾਤਰਾ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਦੀ ਜਾਂ ਕਿਸੇ ਹੋਰ ਕਰਮ ਕਾਂਡ ਦੀ ਕੋਈ ਮੈਨੂੰ ਜ਼ਰੂਰਤ ਨਹੀਂ। ਮੈਂ ਆਪਣੇ ਸਰੀਰ ਨੂੰ ਹੀ ਸਭ ਕੁਝ ਬਣਾ ਲਿਆ ਹੈ। ਬਲਕਿ ਗੁਰੂ ਸਾਹਿਬ ਜੀ ਤਾਂ ਸਾਨੂੰ ਆਪਣੇ ਅੰਦਰ ਇੱਕ ਇਸ਼ਨਾਨ ਕਰਨ ਦੀ ਪ੍ਰੇਰਨਾ ਕਰ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੈ ਨਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੈ ਮਿਲੈ ਲਈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਸਰੀਰ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਵਡਮੁੱਲੇ ਪਦਾਰਥ, ਉਹਦੀਆਂ ਵਡਮੁੱਲੀਆਂ ਦਾਤਾਂ ਜਿਹੜੀਆਂ ਨੇ, ਬਖਸ਼ਿਸ਼ਾਂ ਜਿਹੜੀਆਂ ਨੇ, ਉਹ ਬਿਰਾਜਮਾਨ ਨੇ। ਇਸੇ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਅੰਤਰਗਤ ਤੀਰਥ ਮਲ ਨਹਾਊਂ। ਮੈਂ ਆਪਣੇ ਅੰਦਰਲੇ ਤੀਰਥ ਦੇ ਉੱਤੇ ਇਸ਼ਨਾਨ ਕਰਦਾ। ਜੇ ਬਾਹਰਲੇ ਤੀਰਥ ਦੁਨੀਆ ਨੇ ਬਣਾਏ ਨੇ ਤੇ ਸਤਿਗੁਰੂ ਜੀ ਕਹਿਣ ਲੱਗੇ, ਮੈਨੂੰ ਉਹਨਾਂ ਤੀਰਥਾਂ ਦੀ ਜ਼ਰੂਰਤ ਨਹੀਂ ਹੈ। ਤਾਈਓ ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਨ ਵਰਤਦੇ ਨੇ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਆਪਣੇ ਅੰਦਰਲੇ ਤੀਰਥ ਦੇ ਉੱਤੇ, ਆਪਣੇ ਇਸ ਹਿਰਦੇ ਰੂਪੀ ਤੀਰਥ ਦੇ ਉੱਤੇ ਇਸ਼ਨਾਨ ਕਰਾਂ। ਸੋ ਬੇਨਤੀ ਕਰ ਰਿਹਾ ਸੀ ਵੀ ਦੋ ਪੱਖ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੇ ਨੇ। ਇੱਕ ਪੱਖ ਜਿਹੜਾ ਹੈ ਉਹ ਸਰੀਰ ਦੀ ਨਾਸ਼ਵੰਤਤਾ ਦਾ ਹੈ, ਤੇ ਦੂਸਰਾ ਪੱਖ ਜਿਹੜਾ ਹੈ ਉਹ ਇਸ ਸਰੀਰ ਦੇ ਅੰਦਰ ਵਡਮੁੱਲੀਆਂ ਉਸ ਪਰਮਾਤਮਾ ਦੀਆਂ ਦਾਤਾਂ ਦਾ ਹੈ। ਆਪਾਂ ਦੂਸਰੇ ਪੱਖ ਦੀ ਗੱਲ ਕਰਨੀ ਹੈ। ਤੇ
ਪਹਿਲੇ ਪੱਖ ਨੂੰ ਸਮਝਣਾ ਵੀ ਇਹ ਸਰੀਰ ਨਾਸ਼ਵੰਤ ਹੈ ਤੇ ਕਿਵੇਂ ਹੈ, ਜੇ ਇਹ ਵਡਮੁੱਲਾ ਹੈ ਤੇ ਇਹ ਕਿਵੇਂ ਹੈ। ਸੋ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸਾਚੀ ਲਿਵੈ। ਲਿਵੈ ਦੇ ਅਰਥ ਨੇ ਲਗਨ, ਲਗਨ ਲੱਗ ਜਾਣੀ, ਜਿਵੇਂ ਕਿਸੇ ਕੰਮ ਦੀ ਲਗਨ ਲੱਗ ਜਾਂਦੀ ਹੈ ਤੇ ਲਗਨ ਦੇ ਵਿੱਚੋਂ ਫਿਰ ਪ੍ਰੇਮ ਜਿਹੜਾ ਹੈ ਉਹ ਉਤਪਨ ਹੁੰਦਾ ਹੈ, ਪੈਦਾ ਹੁੰਦਾ ਹੈ ਲਗਨ ਦੇ ਵਿੱਚੋਂ। ਜਿਸ ਕੰਮ ਦੇ ਵਿੱਚ ਲਗਨ ਨਹੀਂ ਹੈ ਉਹਨੂੰ ਇਨਸਾਨ ਪ੍ਰੇਮ ਦੇ ਨਾਲ ਨਹੀਂ ਕਰੇਗਾ। ਉਹ ਕੰਮ ਕਰੇਗਾ ਤੇ ਹੋ ਸਕਦਾ ਕਰੇ, ਪਰ ਉਹ ਬੱਧਾ ਚੱਟੀ, ਜਿਹਨੂੰ ਬਾਣੀ ਨੇ ਬਖਸ਼ਿਸ਼ ਕੀਤੀ ਹੈ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਲਗਨ ਲੱਗਣੀ ਜ਼ਿੰਦਗੀ ਦੇ ਅੰਦਰ ਇੱਕ ਬੜੀ ਵੱਡੀ ਬਾਤ ਹੈ, ਬਖਸ਼ਿਸ਼ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਸਾਚੀ ਲਿਵੈ। ਜੇ ਤੇਰੇ ਸਰੀਰ ਦੇ ਵਿੱਚ ਉਸ ਸਦਾ ਸਥਿਰ ਪਰਮਾਤਮਾ ਦੇ ਨਾਮ ਦੀ, ਗੁਣਾਂ ਦੀ, ਸੱਚੇ ਗਿਆਨ ਦੀ ਲਗਨ ਨਹੀਂ ਨਾ ਲੱਗੀ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਬਿਨ ਦੇਹ ਨਿਮਾਣੀ। ਇਹ ਸਰੀਰ ਜਿਹੜਾ ਹੈ, ਨਿਮਾਣੀ ਦੇ ਅਰਥ ਨੇ ਨਿਆਸਰਾ। ਨਿਮਾਣੀ ਦੇ ਆਪਾਂ ਅਰਥ ਸੌਖੇ ਢੰਗ ਦੇ ਨਾਲ ਕਰ ਲਈਏ ਵੀ ਇਹਦੀ ਕੋਈ ਬਹੁਤੀ ਵੈਲਿਊ ਨਹੀਂ ਹੈ। ਜੇ ਸੱਚੇ ਗਿਆਨ ਦੀ ਲਗਨ, ਸੱਚ ਦੀ ਲਗਨ ਤੈਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਲੱਗੀ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਤੇਰੇ ਸਰੀਰ ਦੀ ਕੋਈ ਬਹੁਤੀ ਵੈਲਿਊ ਨਹੀਂ ਹੈ। ਇਹ ਬੜੇ ਹੌਲੇ ਜਿਹੇ ਮਿਲਦਾ ਹੈ, ਇਹਦੀ ਕੋਈ ਕੀਮਤ ਨਹੀਂ ਹੈ। ਤੁਸੀਂ ਵੇਖੋ, ਮੈਂ ਬਾਰ-ਬਾਰ ਇਤਿਹਾਸ ਦੀਆਂ ਉਹਨਾਂ ਪੰਨਿਆਂ ਨੂੰ ਆਪ ਜੀਆਂ ਦੇ ਨਾਲ ਸਾਂਝਿਆਂ ਕਰਦਾ। ਮਕਸਦ ਕੇਵਲ ਇਹ ਹੈ ਕਿ ਅਸੀਂ ਬਾਣੀ ਤੇ ਗੁਰ ਇਤਿਹਾਸ ਨੂੰ, ਆਪਣੇ ਵਿਰਸੇ ਨੂੰ, ਆਪਣੇ ਉਸ ਮਹਾਨ ਖਜ਼ਾਨੇ ਨੂੰ ਸਮਝ ਕੇ ਆਪਣੇ ਜੀਵਨ ਨੂੰ ਉਸ ਦੇ ਮੁਤਾਬਕ ਢਾਲ ਸਕੀਏ। ਗੱਲ ਕਰ ਰਹੇ ਸੀ ਲਗਨ ਦੀ। ਹੁਣ ਉਹਨਾਂ ਦੇ ਜੀਵਨ ਦੇ ਅੰਦਰ ਲਗਨ ਲੱਗੀ ਹੈ। ਇਸ ਲਗਨ ਦੇ ਵਿੱਚੋਂ ਪ੍ਰੇਮ ਦੀ ਇੱਕ ਝਲਕ ਉੱਠਦੀ ਹੈ, ਪ੍ਰੇਮ ਦੀ ਲਹਿਰ ਉੱਠਦੀ ਹੈ ਤੇ ਉਸ ਪ੍ਰੇਮ ਦੇ ਵਿੱਚ ਭਿੱਜ ਕੇ ਫਿਰ ਉਹ ਇਹ ਗੱਲ ਕਹਿੰਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਫਿਰ ਉਹਨਾਂ ਦੀ ਕੀਮਤ ਇਤਿਹਾਸ ਦਿਆਂ ਪੰਨਿਆਂ ਦੇ ਵਿੱਚ ਉਹਨਾਂ ਦੀ ਕੀਮਤ ਪਈ ਹੈ, ਜਿਨ੍ਹਾਂ ਦੀ ਲਗਨ ਜਿਹੜੀ ਹੈ ਉਹ ਸੱਚੇ ਗਿਆਨ ਦੇ ਵਿੱਚ, ਸੱਚ ਦੇ ਵਿੱਚ ਲੱਗ ਜਾਂਦੀ ਹੈ। ਜੇ ਅੱਜ ਭਾਈ ਮਤੀ ਦਾਸ ਜੀ ਦੀ ਕੀਮਤ ਹੈ, ਜੇ ਅੱਜ ਭਾਈ ਮਨੀ ਸਿੰਘ ਜੀ ਦੀ ਕੀਮਤ ਹੈ, ਅੱਜ ਬਾਬਾ ਦੀਪ ਸਿੰਘ ਜੀ ਦੀ ਕੀਮਤ ਹੈ, ਜੇ ਅੱਜ ਉਹਨਾਂ ਮਹਾਨ ਮਰਜੀਵੜਿਆਂ ਦੀ ਇਤਿਹਾਸ ਦਿਆਂ ਪੰਨਿਆਂ ਦੇ ਵਿੱਚ ਕੋਈ ਕਦਰ ਹੈ, ਜੇ ਕੋਈ ਕੀਮਤ ਹੈ, ਤੇ ਉਹਦਾ ਰੀਜ਼ਨ ਇਹ ਹੈ, ਉਹਦਾ ਕਾਰਨ ਇਹ ਹੈ ਕਿ ਉਹਨਾਂ ਦੀ ਲਗਨ ਜਿਹੜੀ ਹੈ ਉਹ ਸੱਚ ਦੇ ਵਿੱਚ ਲੱਗੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਸਾਚੀ ਲਿਵੈ ਬਿਨ ਦੇਹ ਨਿਮਾਣੀ। ਤੇਰਾ ਇਹ ਸਰੀਰ ਇਹ ਅਨਵੈਲਿਊਏਬਲ ਹੈ, ਇਹਦੀ ਕੋਈ ਵੈਲਿਊ ਨਹੀਂ। ਬੜੇ ਹੌਲੇ ਜਿਹੇ ਮਿਲਦਾ, ਕੋਈ ਇਹ ਆਪਣੀ ਕੋਈ ਕੀਮਤ ਰੱਖ ਹੀ ਨਹੀਂ ਪਾ ਰਿਹਾ। ਤੇ ਇਹਦਾ ਕਾਰਨ ਇਹ ਹੈ ਵੀ ਸੱਚ ਦੇ ਵਿੱਚ ਲਗਨ ਨਹੀਂ ਲੱਗੀ, ਲਗਨ ਲੱਗੀ ਹੈ ਝੂਠ ਦੇ ਵਿੱਚ, ਲਗਨ ਲੱਗੀ ਹੈ ਦਿਖਾਵੇ ਦੇ ਵਿੱਚ, ਲਗਨ ਲੱਗੀ ਹੈ ਕੂੜ ਦੇ ਵਿੱਚ। ਅੱਜ ਕੂੜ ਸਾਨੂੰ ਚੰਗਾ ਲੱਗਦਾ। ਮੈਂ ਬੇਨਤੀ ਕੀਤੀ ਸੀ ਪਿਛਲੀ ਪੌੜੀ ਦੀ ਵਿਚਾਰ ਕਰਨ ਲੱਗਿਆਂ ਵੀ ਤੁਸੀਂ ਵੇਖੋ, ਅੱਜ ਝੂਠ ਜਿੰਨਾ ਮਰਜ਼ੀ ਬੋਲੀ ਜਾਓ,
ਤੁਹਾਡਾ ਕੋਈ ਵਿਰੋਧ ਨਹੀਂ ਹੋਵੇਗਾ, ਕਿਤੇ ਵੀ ਤੁਹਾਡੇ ਉੱਤੇ ਹਮਲੇ ਨਹੀਂ ਹੋਣਗੇ, ਤੁਹਾਨੂੰ ਧਮਕੀਆਂ ਨਹੀਂ ਆਉਣਗੀਆਂ। ਜਿੱਥੇ ਤੁਸੀਂ ਸੱਚ ਦੇ ਨਾਲ ਖੜੇ ਹੋ ਜਾਂਦੇ ਹੋ ਉੱਥੇ ਤੁਹਾਡਾ ਵਿਰੋਧ ਵੀ ਹੁੰਦਾ ਹੈ, ਉੱਥੇ ਧਮਕੀਆਂ ਵੀ ਆਉਂਦੀਆਂ ਨੇ, ਉੱਥੇ ਤੁਹਾਨੂੰ ਮਾਰਨ ਦੀਆਂ ਗੱਲਾਂ ਵੀ ਹੁੰਦੀਆਂ ਨੇ, ਉੱਥੇ ਤੁਹਾਡੇ ਉੱਤੇ ਹਮਲੇ ਵੀ ਕੀਤੇ ਜਾਂਦੇ ਨੇ। ਇਤਿਹਾਸ ਦੇ ਪੰਨੇ ਨੇ। ਜੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹ ਉਸ ਵੇਲੇ ਝੂਠ ਨੂੰ ਪ੍ਰਵਾਨ ਕਰ ਲੈਂਦੇ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕੀ ਲੋੜ ਸੀ ਉਹ ਤੱਤੀ ਤਵੀ ਤੇ ਬੈਠਦੇ। ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸੀ ਪੈਣੀ, ਉਹਨਾਂ ਦੇ ਸਾਹਮਣੇ ਇਹੋ ਜਿਹਾ ਸਮਾਂ ਹੀ ਨਹੀਂ ਸੀ ਬਣਨਾ। ਸੋ ਇਹ ਸਮਾਂ ਉਹਨਾਂ ਦੇ ਸਾਹਮਣੇ ਤਾਂ ਬਣਿਆ ਹੈ ਕਿਉਂਕਿ ਉਹਨਾਂ ਨੇ ਸੱਚ ਦੇ ਵਿੱਚ ਲਗਨ ਜੋੜੀ ਹੈ। ਉਹਨਾਂ ਦੀ ਲਿਵ ਹਰ ਵੇਲੇ ਉਸ ਸੱਚੇ ਗਿਆਨ ਦੇ ਵਿੱਚ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਸਾਚੀ ਲਿਵੈ ਬਿਨ ਦੇਹ ਨਿਮਾਣੀ। ਬੰਦਿਆ ਤੇਰੇ ਇਸ ਸਰੀਰ ਦੇ ਵਿੱਚ, ਦੂਸਰਾ ਪੱਖ ਜਿਹੜਾ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ, ਇਹਦੇ ਅੰਦਰ ਬਹੁਤ ਕੁਝ ਹੈ। ਬੜੇ ਅਮੋਲਕ ਪਦਾਰਥ ਦਾਤਾਂ ਨੇ ਉਸ ਪਰਮਾਤਮਾ ਦੀਆਂ ਦਿੱਤੀਆਂ। ਇਹਦੀ ਇੱਕ ਵੈਲਿਊ ਹੈ, ਇਹ ਵੈਲਿਊ ਇਸ ਦੀ ਪੈ ਸਕਦੀ ਹੈ, ਪਰ ਬਾਸ਼ਰਤੇ ਵੀ ਜੇ ਤੇਰੀ ਲਗਨ ਸੱਚ ਦੇ ਵਿੱਚ ਲੱਗ ਜਾਵੇ, ਜੇ ਤੇਰੀ ਬਿਰਤੀ ਰੱਬੀ ਗੁਣਾਂ ਦੇ ਨਾਲ ਜੁੜ ਜਾਵੇ। ਤੇ ਜੇ ਤੇਰੀ ਲਗਨ ਸੱਚ ਦੇ ਵਿੱਚ ਨਹੀਂ ਲੱਗਦੀ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹਦੀ ਕੋਈ ਵੈਲਿਊ ਨਹੀਂ ਹੈ, ਇਹ ਨਿਮਾਣੀ ਹੈ, ਇਹ ਕਮਜ਼ੋਰ ਹੈ, ਬੜੇ ਹੌਲੇ ਮੇਲ ਦੀ ਹੈ, ਬੜੇ ਹੌਲੇ ਮੇਲ ਦੀ, ਬੜੇ ਹੌਲੇ ਪੱਧਰ ਦੀ ਹੈ। ਇਸ ਸਰੀਰ ਦੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਸੱਚ ਨਹੀਂ ਹੈ, ਸਿਧਾਂਤ ਨਹੀਂ ਹੈ, ਪ੍ਰਿੰਸੀਪਲਸ ਜੀਵਨ ਦੇ ਵਿੱਚ ਨਹੀਂ। ਆਪਾਂ ਵੇਖਦੇ ਹਾਂ ਤਾਈਓ ਚੰਦ ਪੈਸਿਆਂ ਦੇ ਉੱਤੇ ਇਨਸਾਨ ਜਿਹੜਾ ਹੈ ਉਹ ਈਮਾਨ ਵੇਚ ਦਿੰਦਾ ਹੈ। ਚੰਦ ਪੈਸਿਆਂ ਦੇ ਉੱਤੇ, ਚੰਦ ਸਵਾਰਥ, ਚੰਦ ਲਾਲਚ ਦੇ ਅੱਗੇ ਗੋਡੇ ਟੇਕ ਕੇ ਇਨਸਾਨ ਜਿਹੜਾ ਹੈ ਉਹ ਆਪਣੀ ਕੀਮਤ ਪਵਾ ਲੈਂਦਾ ਹੈ। ਅੱਜ ਇਨਸਾਨ ਦੀ ਕੀਮਤ ਜਿਹੜੀ ਹੈ, ਤੁਸੀਂ ਵੇਖੋ ਵੀ ਜਦੋਂ ਵੋਟਾਂ ਹੁੰਦੀਆਂ ਨੇ, ਜਦੋਂ ਇਲੈਕਸ਼ਨਸ ਹੁੰਦੇ ਨੇ, ਬੰਦੇ ਦੀ ਕੀਮਤ ਕੀ ਪੈਂਦੀ ਹੈ ਜੀ? ਇੱਕ ਸ਼ਰਾਬ ਦੀ ਬੋਤਲ, ਇੱਕ ਸ਼ਰਾਬ ਦੀ ਬੋਤਲ ਦੇ ਪਿੱਛੇ ਇਨਸਾਨ ਜਿਹੜਾ ਹੈ ਉਹ ਆਪਣਾ ਈਮਾਨ ਵੇਚ ਦਿੰਦਾ ਹੈ, ਜ਼ਮੀਰ ਵੇਚ ਦਿੰਦਾ ਹੈ, ਉਹ ਆਪਣੀ ਵੈਲਿਊ ਨੂੰ ਘਟਾ ਲੈਂਦਾ ਹੈ। ਉਹਦਾ ਕਾਰਨ ਇਹ ਹੈ, ਉਹਦਾ ਰੀਜ਼ਨ ਇਹ ਹੈ ਵੀ ਉਹਦੀ ਲਗਨ ਸੱਚ ਦੇ ਵਿੱਚ ਨਹੀਂ, ਉਹਦੀ ਲਿਵ ਜਿਹੜੀ ਹੈ ਉਹ ਸੱਚੇ ਗਿਆਨ ਦੇ ਨਾਲ ਨਹੀਂ ਜੁੜੀ। ਸੋ ਸਤਿਗੁਰੂ ਜੀ ਕਹਿੰਦੇ ਨੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਤੇ ਜੇ ਇਸ ਦੀ ਲਗਨ ਸੱਚ ਦੇ ਵਿੱਚ ਨਹੀਂ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹ ਕਰ ਵੀ ਕੀ ਸਕਦੀ ਹੈ? ਫਿਰ ਇਹ ਕਿਸੇ ਵੀ ਕੰਮ ਨੂੰ ਕਰਨ ਜੋਗੀ ਨਹੀਂ, ਨਕਾਰੀ ਹੋਈ ਹੈ। ਭਾਵ ਇਹ ਕੁਝ ਨਹੀਂ ਕਰ ਸਕਦੀ, ਇਹ ਸਰੀਰ ਜਿਹੜਾ ਹੈ ਇਹ ਕੁਝ ਨਹੀਂ ਕਰ ਸਕਦਾ। ਜੇ ਲਗਨ ਸੱਚ ਦੇ ਵਿੱਚ ਨਹੀਂ ਲੱਗੀ ਤੇ ਫਿਰ ਖਿਮਾ ਕਰਨਾ, ਇਹ ਮਨੁੱਖ ਦਾ ਸਰੀਰ ਜਿਹੜਾ ਹੈ ਇਹ ਫਿਰ ਜਿਵੇਂ ਇਸ ਨੂੰ ਉੱਪਰਲੇ ਨਚਾਉਣਗੇ ਉਵੇਂ ਨੱਚਦਾ ਹੈ, ਕਿਉਂਕਿ ਕਮਜ਼ੋਰ ਪੈ ਚੁੱਕਾ ਹੈ ਨਾ, ਵੈਲਿਊ ਘਟ ਗਈ ਹੈ। ਵੈਲਿਊ ਜਿਹੜੀ ਹੈ ਉਹ ਡਾਊਨ ਹੋ ਚੁੱਕੀ ਹੈ, ਆਪਣੀ ਕੀਮਤ ਪਵਾ ਲਈ ਹੈ। ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹ ਕੁਝ ਨਹੀਂ ਕਰ ਸਕਦਾ। ਫਿਰ ਇਹਨੂੰ ਜਿਨ੍ਹਾਂ ਨੇ ਕੀਮਤ ਪਾਈ ਹੈ, ਜਿਨ੍ਹਾਂ ਨੇ ਵੈਲਿਊ ਪਾਈ ਹੈ, ਫਿਰ ਉਹ ਜਿਵੇਂ ਕਹਿਣਗੇ ਉਹ ਇਸ ਨੂੰ ਉਵੇਂ ਹੀ ਕਰਾਉਣਗੇ। ਜੇ ਸੱਚ ਦੇ ਵਿੱਚ, ਗੁਣਾਂ ਦੇ ਵਿੱਚ, ਜੇ ਨਿਸਵਾਰਥ ਦੇ ਵਿੱਚ ਇਸ ਦੀ ਲਗਨ ਲੱਗੀ ਹੁੰਦੀ ਤੇ ਫਿਰ ਮਜਾਲ ਸੀ। ਹੁਣ ਆਪਾਂ ਫਿਰ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਨ ਦਾ ਯਤਨ ਕਰੀਏ। ਜੇ ਛੋਟੇ ਸਾਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਗੁਰੂ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕੀਤੀ ਹੈ ਤੇ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੀ ਲਿਵ, ਉਹਨਾਂ ਦੀ ਲਗਨ ਸੱਚ ਦੇ ਵਿੱਚ ਜੁੜੀ ਹੈ।
ਉਹਨਾਂ ਦੀ ਵੈਲਿਊ ਹੈ, ਉਹਨਾਂ ਦੇ ਸਰੀਰ ਦੀ ਕਦਰ ਹੈ, ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਜਿਨ੍ਹਾਂ ਦੀ ਕੀਮਤ ਨਹੀਂ ਪੈਂਦੀ, ਫਿਰ ਉਹ ਆਪਣੇ ਹਰ ਇੱਕ ਵਿਚਾਰ ਦੇ ਪ੍ਰਤੀ ਆਜ਼ਾਦ ਨੇ, ਆਜ਼ਾਦ ਨੇ। ਫਿਰ ਉਹਨਾਂ ਦੇ ਵਿਚਾਰਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਉਹਨਾਂ ਦੇ ਸਰੀਰ ਨੂੰ ਤਸੀਹੇ ਤਾਂ ਦਿੱਤੇ ਜਾ ਸਕਦੇ ਨੇ, ਦੁੱਖ ਤਾਂ ਦਿੱਤੇ ਜਾ ਸਕਦੇ ਨੇ, ਪਰ ਉਹਨਾਂ ਦੇ ਸਰੀਰ ਨੂੰ, ਉਹਨਾਂ ਦੇ ਵਿਚਾਰਾਂ ਨੂੰ ਉਹ ਨਹੀਂ, ਆਪਣੇ ਅੰਡਰ ਨਹੀਂ ਕੀਤਾ ਜਾ ਸਕਦਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਜੇ ਲਗਨ ਸੱਚ ਦੇ ਵਿੱਚ ਨਹੀਂ ਹੈ, ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਸਰੀਰ ਕਮਜ਼ੋਰ ਪੈ ਜਾਣਾ ਹੈ, ਇਹ ਨਿਮਾਣੀ ਹੋ ਜਾਣੀ ਹੈ, ਇਹ ਦੇਹ, ਇਹ ਕਿਸੇ ਦੇ ਅਧੀਨ ਹੋ ਜਾਣੀ ਹੈ। ਤੇ ਜਦੋਂ ਕਿਸੇ ਦੇ ਅਧੀਨ ਹੋ ਗਈ, ਫਿਰ ਤੂੰ ਕੁਝ ਨਹੀਂ ਕਰ ਸਕਦਾ। ਫਿਰ ਜਿਵੇਂ ਜਿਹਦੇ ਅਧੀਨ ਕੀਤੀ ਹੈ, ਜਿਹਨੂੰ ਵੇਚਿਆ ਚੰਦ ਟੁਕੜਿਆਂ ਦੇ ਪਿੱਛੇ, ਫਿਰ ਉਹ ਜਿਵੇਂ ਉਹਦਾ ਹੁਕਮ ਹੋਵੇਗਾ ਉਵੇਂ ਨਚਾਵੇਗਾ। ਬਾਣੀ ਨੇ ਬੜੇ ਪਿਆਰੇ ਹਵਾਲੇ ਦਿੱਤੇ ਨੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਬਾਂਦਰ ਜਿਹੜਾ ਹੈ ਨਾ, ਉਹ ਇੱਕ ਮੁੱਠੀ ਅਨਾਜ ਦੀ ਪਿੱਛੇ ਆਪਣਾ ਆਪ ਅਧੀਨ ਕਰ ਲੈਂਦਾ ਹੈ ਮਦਾਰੀ ਦੇ। ਤੇ ਫਿਰ ਜਿੱਥੇ ਮਦਾਰੀ ਦਾ ਜੀ ਕਰਦਾ ਹੈ, ਉੱਥੇ ਬਾਂਦਰ ਨੂੰ ਨਚਾਉਂਦਾ ਹੈ, ਕਿਉਂਕਿ ਬਾਂਦਰ ਦੇ ਅੰਦਰ ਸਵਾਰਥ ਹੈ ਨਾ। ਉਹਦੀ ਲਗਨ ਜਿਹੜੀ ਹੈ ਉਹ ਸੱਚ ਦੇ ਨਾਲ ਨਹੀਂ ਸੀ, ਗੁਣਾਂ ਦੇ ਨਾਲ ਨਹੀਂ ਸੀ, ਸੰਤੋਖ ਦੇ ਨਾਲ ਉਹਦੀ ਲਗਨ ਨਹੀਂ ਸੀ ਬਣੀ। ਤੇ ਅੱਜ ਆਪਾਂ ਵੇਖਦੇ ਹਾਂ ਸਾਡੀ ਕੌਮ ਦੇ ਆਗੂਆਂ ਦੀ ਵੀ ਹਾਲਾਤ ਉਸ ਬਾਂਦਰ ਵਰਗੀ ਬਣੀ ਪਈ ਹੈ। ਸਾਡੀ ਕੌਮ ਦੇ ਪ੍ਰਚਾਰਕਾਂ ਦੀ ਹਾਲਾਤ ਉਸ ਬਾਂਦਰ ਵਰਗੀ ਬਣੀ ਪਈ ਹੈ। ਸਾਡੀ ਕੌਮ ਦੀਆਂ ਜਥੇਬੰਦੀਆਂ ਦੀ ਹਾਲਾਤ ਉਸ ਬਾਂਦਰ ਵਰਗੀ ਬਣੀ ਪਈ ਹੈ। ਅਗਲੇ ਮੜੀ ਜੀ ਇਹਨਾਂ ਨੂੰ ਲਾਲਚ ਦੀ ਉਹ ਛੋਲਿਆਂ ਦੀ ਮੁੱਠ ਪਾਉਂਦੇ ਨੇ, ਕਿਸੇ ਵੀ ਪ੍ਰਕਾਰ ਦਾ ਲਾਲਚ, ਉਹਨਾਂ ਦੇ ਮੁਤਾਬਕ ਨੱਚਦੇ ਨੇ, ਜਿਵੇਂ ਹਾਕਮ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਕਰਦੇ ਨੇ। ਉਹ ਕਹਿਣ ਵੀ ਮੋਮਬੱਤੀਆਂ ਜਗਾਉਣੀਆਂ ਨੇ ਤੇ ਮੋਮਬੱਤੀਆਂ ਜਗਾ ਦਿੰਦੇ ਨੇ, ਉਹ ਕਹਿਣ ਥਾਲੀਆਂ ਵਜਾਉਣੀਆਂ ਨੇ ਤੇ ਥਾਲੀਆਂ ਵਜਾ ਦਿੰਦੇ ਨੇ। ਕਾਰਨ ਕੀ ਹੈ? ਸਾਚੀ ਲਿਵੈ ਦੀ ਅਣਹੋਂਦ ਹੈ ਜੀਵਨ ਦੇ ਵਿੱਚ। ਸੋ ਸਤਿਗੁਰੂ ਜੀ ਕਹਿੰਦੇ ਨੇ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਇਹ ਫਿਰ ਕੁਝ ਨਹੀਂ ਕਰ ਸਕਦੀ, ਇਹ ਨਕਾਰੀ ਹੋਈ ਹੈ, ਨਿਕੰਮੀ ਹੈ। ਇਹ ਸਰੀਰ ਜਿਹੜਾ ਹੈ ਇਹ ਨਿਕੰਮਾ ਹੈ। ਫਿਰ ਇਹ ਆਪਣੀ ਮਰਜ਼ੀ ਨਹੀਂ ਕਰ ਸਕਦਾ। ਗੁਲਾਮ ਦੀ ਵੀ ਕਦੇ ਆਪਣੀ ਮਰਜ਼ੀ ਹੁੰਦੀ ਹੈ ਜੀ। ਜਿਹੜਾ ਪਰ ਅਧੀਨ ਹੋਵੇ ਉਹਦੀ ਕਿੱਥੇ ਆਪਣੀ ਮਰਜ਼ੀ ਹੁੰਦੀ ਹੈ? ਪਰ ਅਧੀਨ ਦੇ ਉੱਤੇ ਤੇ ਉਹ ਕਾਬਜ਼ ਧਿਰ ਦੀ ਮਰਜ਼ੀ ਹੈ। ਜਿਵੇਂ ਕਾਬਜ਼ ਧਿਰ ਕਵੇਗੀ ਉਵੇਂ ਉਹਨੇ ਬੋਲਣਾ ਹੈ, ਉਵੇਂ ਉਹਨੇ ਚਲਾਉਣਾ ਹੈ। ਤੇ ਅੱਜ ਸਾਡੇ ਹੇਠਲੇ ਪੱਧਰ ਤੋਂ ਲੈ ਕੇ ਜਥੇਦਾਰਾਂ ਤੱਕ ਜਿਹੜੇ ਨੇ ਉਹ ਇਸ ਬਿਰਤੀ ਦੇ ਮਾਲਕ ਬਣੇ ਪਏ ਨੇ। ਸਤਿਗੁਰੂ ਜੀ ਕਹਿੰਦੇ ਨੇ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਨਾਲ ਹੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਤੁਧ ਬਾਝ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਬਨਵਾਰੀਆ ਦੇ ਅਰਥ ਨੇ ਜਗਤ ਦਾ ਮਾਲਕ, ਬਨ ਰੂਪੀ ਜਗਤ ਦੀ ਰਾਖੀ ਕਰਨ ਵਾਲਾ। ਹੇ ਇਸ ਜਗਤ ਦੇ ਮਾਲਕ ਪਰਮਾਤਮਾ ਜੀ, ਕਿਰਪਾ ਕਰ, ਬਖਸ਼ਿਸ਼ ਕਰ। ਜੇ ਇਹ ਸਰੀਰ ਦੇ ਵਿੱਚ ਸੱਚ ਦੀ ਲਗਨ ਲੱਗ ਸਕਦੀ ਹੈ ਤੇ ਉਹ ਤੇਰੀ ਕਿਰਪਾ ਦੇ ਨਾਲ ਹੀ ਲੱਗ ਸਕਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਲੱਗ ਸਕਦੀ ਹੈ। ਤੁਧ ਬਾਝ ਸਮਰੱਥ ਕੋਈ ਨਹੀਂ, ਤੇਰੇ ਤੋਂ ਬਗੈਰ ਹੋਰ ਕੋਈ ਐਡੀ ਸਮਰੱਥਾ ਵਾਲਾ ਨਹੀਂ ਹੈ। ਇੱਥੇ ਤਾਂ ਹਰ ਕੋਈ ਵਿਕਿਆ ਫਿਰਦਾ ਹੈ। ਹੇ ਸਤਿਗੁਰੂ, ਕੇਵਲ ਤੂੰ ਹੀ ਹੈ ਜਿਹੜਾ ਬਾਬਰ ਨੂੰ ਜਾਬਰ ਕਹਿ ਦਿੰਦਾ ਹੈ। ਅੱਜ ਦੇ ਆਗੂ ਤਾਂ ਇਹ ਬਾਬਰ ਦੇ ਪੈਰਾਂ ਦੇ ਵਿੱਚ ਜਾ ਜਾ ਕੇ ਬਹਿੰਦੇ ਨੇ। ਇਹ ਤੂੰ ਹੀ ਹੈ ਜਿਹੜਾ ਹੁਮਾਯੂ ਦੀ ਨਿਕਲਦੀ ਮਿਆਨ ਦੇ ਵਿੱਚੋਂ ਕਿਰਪਾਨ ਨੂੰ ਠੱਲ ਪਵਾ ਦਿੰਦਾ ਹੈ। ਹੇ ਪ੍ਰਮਾਤਮਾ ਜੀ, ਇੱਕ ਤੂੰ ਹੀ ਹੈ ਜਿਹੜਾ ਬੇਪਰਵਾਹ ਹੈ, ਜਿਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਬਾਕੀ ਤਾਂ ਹਰ ਇਨਸਾਨ ਜਿਹੜਾ ਹੈ ਉਹ ਕਿਸੇ ਨਾ ਕਿਸੇ ਦੇ ਅਧੀਨ ਹੈ, ਕਿਸੇ ਨਾ ਕਿਸੇ ਦੀ ਮੁਤਾਜਗੀ ਦਾ ਉਹ ਆਪਣੇ ਜੀਵਨ ਦੇ ਅੰਦਰ ਸਹਾਰਾ ਲੈ ਕੇ ਬੈਠਾ ਹੈ।
ਸੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਤੁਧ ਬਾਜ ਸਮਰੱਥ ਕੋਈ ਨਾਹੀ। ਮਾਲਕ ਜੀ ਤੇਰੇ ਤੋਂ ਬਗੈਰ ਕੋਈ ਹੋਰ ਇੰਨੀ ਸਮਰੱਥਾ ਦਾ ਮਾਲਕ ਨਹੀਂ ਜਿਹੜਾ ਸਾਡੇ ਅੰਦਰ ਸੱਚ ਦੀ, ਜ਼ਰੂਰਤ ਦੀ, ਹਿੰਮਤ ਦੀ ਲਗਨ ਪੈਦਾ ਕਰ ਸਕੇ। ਕੇਵਲ ਤੂੰ ਹੀ ਹੈ। ਹੇ ਬਨਵਾਰੀ, ਹੇ ਜਗਤ ਦੇ ਮਾਲਕ, ਸਾਡੇ ਉੱਤੇ ਕਿਰਪਾ ਕਰ, ਸਾਡੇ ਅੰਦਰ ਉਹ ਜੁਰਤ, ਸਾਡੇ ਅੰਦਰ ਉਹ ਹਿੰਮਤ ਪੈਦਾ ਹੋਵੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰੀਆ। ਇਹ ਸਰੀਰ, ਇਸ ਦੇਹੀ ਨੂੰ ਸੱਚੀ ਲਗਨ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਹੀ ਲੱਗ ਸਕਦੀ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਹੋਰ ਕੋਈ ਥਾਂ ਨਹੀਂ ਹੈ, ਕੋਈ ਹੋਰ ਆਸਰਾ ਨਹੀਂ। ਜਿੱਥੇ ਮਰਜ਼ੀ ਤੁਰਿਆ ਫਿਰੇ। ਅੱਜ ਬੰਦਾ ਤੁਰਿਆ ਫਿਰਦਾ ਸ਼ਬਦ ਗੁਰੂ ਨੂੰ ਛੱਡ ਕੇ। ਅੱਜ ਵੇਖੋ ਸਿੱਖ ਅਖਾਉਣ ਵਾਲੇ ਵੀ ਜਿਹੜੇ ਨੇ ਉਹ ਦਰ ਦਰ 'ਤੇ ਭਟਕ ਰਹੇ ਨੇ, ਉਹ ਠੋਕਰਾਂ ਖਾ ਰਹੇ ਨੇ। ਕਦੇ ਕਿਸੇ ਬਾਬੇ ਦੇ ਕੋਲ, ਕਦੇ ਕਿਸੇ ਦੇਹ ਧਾਰੀ ਦੇ ਕੋਲ, ਕਦੇ ਕਿਸੇ ਪੀਰ ਦੇ ਅੱਗੇ ਮੱਥੇ ਰਗੜਦੇ ਨੇ, ਕਦੇ ਕਿਸੇ ਸਮਾਧ ਦੇ ਅੱਗੇ ਰਗੜਦੇ ਨੇ, ਕਦੇ ਕੋਈ ਕਿਸੇ ਨੂੰ ਮੰਨ ਰਿਹਾ, ਕੋਈ ਕਿਸੇ ਨੂੰ ਮੰਨ ਰਿਹਾ। ਸਤਿਗੁਰੂ ਜੀ ਕਹਿਣ ਲੱਗੇ, ਸ਼ਬਦ ਦੇ ਰਾਹੀਂ ਹੀ ਪਾਰ ਉਤਾਰਾ ਹੋ ਸਕਦਾ ਹੈ। ਇਸੇ ਕਰਕੇ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਸਨ, ਆਇਓ ਸੁਣਨ ਪੜ੍ਹਨ ਕੋ ਬਾਣੀ। ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਜੇ ਸੱਚੀ ਲਗਨ, ਜ਼ਰੂਰਤ, ਹਿੰਮਤ ਆਪਣੇ ਅੰਦਰ ਦੇ ਉਹਨਾਂ ਅਮੋਲਕ ਪਦਾਰਥਾਂ ਨੂੰ ਜੇ ਤੂੰ ਮੰਨਣਾ ਚਾਹੁੰਦਾ ਹੈ ਜੋ ਉਸ ਪ੍ਰਮਾਤਮਾ ਨੇ ਤੇਰੇ ਅੰਦਰ ਪਾਏ ਨੇ, ਤੇ ਸਤਿਗੁਰੂ ਜੀ ਕਹਿਣ ਲੱਗੇ, ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਨਹੀਂ ਤਾਂ ਸਤਿਗੁਰੂ ਜੀ ਕਹਿਣ ਲੱਗੇ, ਜੇ ਇਹ ਸ਼ਬਦ ਦੇ ਵਿੱਚ ਨਹੀਂ ਲੱਗਦਾ, ਗੁਰੂ ਦੇ ਸ਼ਬਦ ਦੇ ਸੱਚੇ ਗਿਆਨ ਦੇ ਨਾਲ ਨਹੀਂ ਜੁੜਦਾ, ਤੇ ਇਹਦੇ ਜੀਵਨ ਦੇ ਵਿੱਚ ਸੱਚੀ ਲਗਨ ਨਹੀਂ ਲੱਗਣੀ। ਤੇ ਜਿੰਨਾ ਚਿਰ ਸੱਚੀ ਲਗਨ ਨਹੀਂ ਲੱਗਣੀ ਉਹਨਾਂ ਚਿਰ ਇਸ ਦਾ ਇਹ ਸਰੀਰ ਨਕਾਰਾ ਹੈ, ਇਹ ਕੁਝ ਨਹੀਂ ਕਰ ਸਕਦਾ, ਇਹ ਪਰ ਅਧੀਨ ਹੈ। ਇਹਦੀ ਆਪਣੀ ਕੋਈ ਆਜ਼ਾਦੀ ਨਹੀਂ, ਆਪਣੀ ਕੋਈ ਇਹਦੀ ਪਾਇਆ ਨਹੀਂ ਹੈ, ਆਪਣੀ ਕੋਈ ਹਸਤੀ ਨਹੀਂ ਹੈ। ਇਹ ਦੂਸਰੇ ਦੀ ਕਠਪੁਤਲੀ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ। ਸੋ ਸਤਿਗੁਰੂ ਜੀ ਮਿਹਰਾਮਤ ਕਰਨ। ਆਓ ਇਸ ਸਮੁੱਚੇ ਬੰਦ ਦੇ ਅੰਦਰ, ਪੌੜੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਇਹੀ ਗੱਲ ਸਮਝਾ ਰਹੇ ਨੇ, ਸ਼ਬਦ ਦੇ ਨਾਲ ਜੁੜ। ਸ਼ਬਦ ਤੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜੇਗਾ, ਤੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਕੇ ਤੇਰੇ ਜੀਵਨ 'ਚ ਸੱਚੇ ਗਿਆਨ ਦੀ ਲਗਨ ਲੱਗੇਗੀ, ਸੱਚ ਦੀ ਲਗਨ ਲੱਗੇਗੀ। ਤੇ ਜਿੱਦਣ ਸੱਚ ਦੀ ਲਗਨ ਲੱਗ ਗਈ, ਉਦਣ ਤੇਰੀ ਜ਼ਿੰਦਗੀ ਜਿਹੜੀ ਹੈ ਉਹ ਆਜ਼ਾਦ ਹਸਤੀ ਦਾ ਮਾਲਕ ਹੋਵੇਗੀ। ਉਦਣ ਤੂੰ ਪਰ ਅਧੀਨ ਨਹੀਂ ਹੈ, ਉਦਣ ਫਿਰ ਗੁਲਾਮੀ ਤੇਰੇ ਜੀਵਨ ਦੇ ਵਿੱਚ ਨਹੀਂ ਰਹੇਗੀ। ਸੋ ਆਓ ਗੁਰੂ ਕਿਰਪਾ ਕਰੇ। ਜੇ ਅਸੀਂ ਆਪਣੀ ਪਰਾਧੀਨਤਾ ਨੂੰ ਖਤਮ ਕਰਨਾ ਚਾਹੁੰਦੇ ਹਾਂ, ਜੇ ਅਸੀਂ ਆਪਣੀ ਗੁਲਾਮੀ ਨੂੰ ਖਤਮ ਕਰਨਾ ਚਾਹੁੰਦੇ ਹਾਂ, ਜੇ ਚਾਹੁੰਦੇ ਹਾਂ ਕਿ ਸਾਡਾ ਸਰੀਰ ਕੁਝ ਕਰ ਸਕੇ, ਅਸੀਂ ਸੈਲਫ ਡਿਸੀਜਨ ਲੈ ਸਕੀਏ, ਅਸੀਂ ਡਿਸੀਜ਼ਨ ਮੇਕਰ ਬਣ ਸਕੀਏ, ਅਸੀਂ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਈਏ, ਸ਼ਬਦ ਦੇ ਨਾਲ ਜੁੜੀਏ ਤੇ ਸੱਚੀ ਲਗਨ ਆਪਣੇ ਜੀਵਨ ਦੇ ਵਿੱਚ ਪੈਦਾ ਕਰੀਏ। ਸੱਚ ਦੀ ਲਗਨ ਸਾਡੇ ਦਿਮਾਗ ਨੂੰ ਖੋਲ੍ਹ ਕੇ ਰੱਖ ਦੇਵੇਗੀ, ਸਾਡੀਆਂ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਨੇ ਉਹ ਖਤਮ ਕਰ ਦੇਵੇਗੀ। ਮਾਨਸਿਕ ਤੌਰ 'ਤੇ ਤੇ ਸਰੀਰਕ ਤੌਰ 'ਤੇ ਸਾਨੂੰ ਆਜ਼ਾਦੀ ਮਿਲ ਜਾਵੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।